ਧੰਨ ਵਾਹਿਗੁਰੂ ਸਾਹਿਬ ਜੀਓ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹੋਂ ਕਰੀ ਵਖਿਆਨ। ਟੂਟੈ ਨੇਹ ਕੈ ਬੋਲੇ ਸਹੀ, ਟੂਟੈ ਬਾਹਾਂ ਦੂਹੂੰ ਦਿਸ ਗਹੀ। ਟੂਟ ਪ੍ਰੀਤ ਗਈ ਬੁਰ ਬੋਲ, ਦੁਰਮਤ ਪਰ ਹਰ ਛਾਡੀ ਢੋਲ। ਟੂਟੈ ਗੰਠ ਪੜੈ ਵਿਚਾਰ, ਗੁਰ ਸ਼ਬਦੀ ਘਰ ਕਾਰਜ ਸਾਰ। ਲਾਹਾ ਸਾਚ ਨਾ ਆਵੈ ਟੋਟਾ, ਤ੍ਰਿਭਵਨ ਠਾਕੁਰ ਪ੍ਰੀਤਮ ਮੋਟਾ। ਲਾਹਾ ਸਾਚ ਨਾ ਆਵੈ ਟੋਟਾ, ਤ੍ਰਿਭਵਨ ਠਾਕੁਰ ਪ੍ਰੀਤਮ ਮੋਟਾ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਹਲਤ ਪਲਤ ਦੇ ਰੱਖਿਅਕ, ਦੀਨ ਦੁਨੀ ਦੇ ਵਾਲੀ, ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਤਿਨਾਂ ਦੇ ਮੁਕੱਦਸ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਾਂ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਜੋ ਸ਼ਾਮਾਂ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਸ਼ਾਮ ਦੇ ਨਿਤਨੇਮ ਦੇ ਮੁਤਾਬਕ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਪਾਠ ਬੜੇ ਅਦਬ ਪਿਆਰ ਸਹਿਤ ਸਰਵਣ ਕੀਤਾ ਹੈ। ਆਓ ਜਿੱਥੇ ਬੜੇ ਪਿਆਰ ਸਹਿਤ ਅੰਮ੍ਰਿਤਮਈ ਬਾਣੀ ਦੇ ਪਾਠ ਦੇ ਨਾਲ ਸਾਧ ਸੰਗਤ ਜੀਓ ਸਾਂਝ ਬਣਾਈ ਹੈ, ਉੱਥੇ ਕੁਝ ਕੁ ਸਮਾਂ ਪਾਵਨ ਬਾਣੀ ਦੀ ਵਿਚਾਰ ਨੂੰ ਸਮਝਣ ਦਾ, ਜਾਣਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਨਾਲ ਸਾਂਝ ਪਾਈਏ ਜੀ। ਪਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਉਚਾਰਨ ਕੀਤੀ ਪਾਵਨ ਬਾਣੀ ਓਂਕਾਰ
ਜਿਸ ਬਾਣੀ ਦੀ ਲੜੀਵਾਰ ਵਿਚਾਰ ਨੂੰ ਸਾਧ ਸੰਗਤ ਜੀਓ ਸ਼ਾਮ ਦਿਆਂ ਦੀਵਾਨਾਂ ਦੇ ਵਿੱਚ ਆਪਾਂ ਸਮਝਣ ਦਾ ਯਤਨ ਕਰ ਰਹੇ ਹਾਂ। ਇਸ ਲੜੀ ਦੇ ਤਹਿਤ ਇਸ ਬਾਣੀ ਦੇ 28ਵੇਂ ਪਦੇ ਦਾ ਪਾਠ ਆਪਾਂ ਬੜੇ ਪਿਆਰ ਅਦਬ ਸਹਿਤ ਹੁਣੇ ਸਰਵਣ ਕੀਤਾ ਹੈ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਸ ਪਾਵਨ ਪਦੇ ਦੇ ਅੰਦਰ ਜਿਹੜੇ ਵਿਚਾਰ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ, ਉਹ ਵਿਚਾਰ ਜਿਹੜੇ ਸਤਿਗੁਰਾਂ ਨੇ ਜਿਸ ਵਿਸ਼ੇ ਦੇ ਉੱਤੇ ਸਾਡੇ ਸਾਹਮਣੇ ਰੱਖੇ ਨੇ, ਉਹ ਵਿਸ਼ਾ ਹੈ ਇਨਸਾਨ ਦੇ ਬੋਲਣ ਦਾ। ਕਿਉਂਕਿ ਇਨਸਾਨ ਦੀ ਜ਼ੁਬਾਨ ਦੇ ਅੰਦਰ, ਇਨਸਾਨ ਦੀ ਬੋਲੀ ਦੇ ਅੰਦਰ ਇੱਕ ਐਸੀ ਤਾਕਤ ਹੈ ਵੀ ਇਨਸਾਨ ਆਪਣੀ ਬੋਲੀ ਦੇ ਨਾਲ ਕਿਸੇ ਵਿਗੜੇ ਹੋਏ ਕੰਮ ਨੂੰ ਸਵਾਰ ਵੀ ਸਕਦਾ ਹੈ ਤੇ ਆਪਣੀ ਬੋਲੀ ਦੇ ਨਾਲ ਉਹ ਕਿਸੇ ਸਵਾਰੇ ਹੋਏ ਕੰਮ ਨੂੰ ਵਿਗਾੜ ਵੀ ਸਕਦਾ ਹੈ। ਸੋ ਸਤਿਗੁਰੂ ਜੀ ਨੇ ਇੱਕ ਇਹੋ ਜਿਹਾ ਹੀ ਵਿਸ਼ਾ ਜਿਹੜਾ ਹੈ ਇਸ ਪੌੜੀ ਦੇ ਵਿੱਚ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਇਸੇ ਕਰਕੇ ਤੁਸੀਂ ਵੇਖੋ ਵੀ ਸਤਿਗੁਰੂ ਜੀ ਨੇ ਨਾ ਸਾਡੇ ਜੀਵਨ ਦੇ ਹਰ ਪੱਖ ਦੇ ਉੱਤੇ ਸਾਡੀ ਅਗਵਾਈ ਕੀਤੀ ਹੈ। ਸਾਨੂੰ ਖਾਣਾ ਕਿਹੋ ਜਿਹਾ ਚਾਹੀਦਾ ਹੈ, ਸਾਨੂੰ ਸੋਣਾ ਕਿੰਨਾ ਕੁ ਤੇ ਕਿਹੋ ਜਿਹਾ ਚਾਹੀਦਾ ਹੈ, ਸਾਨੂੰ ਸੁਣਨਾ ਕਿਹੋ ਜਿਹਾ ਚਾਹੀਦਾ ਹੈ, ਸਾਨੂੰ ਬੋਲਣਾ ਕਿਹੋ ਜਿਹਾ ਚਾਹੀਦਾ ਹੈ, ਸਾਨੂੰ ਵੇਖਣਾ ਕਿਹੋ ਜਿਹਾ ਚਾਹੀਦਾ ਹੈ। ਹਰ ਪੱਖ ਦੇ ਉੱਤੇ ਜਦੋਂ ਇਸ ਬਾਬਤ ਆਪਾਂ ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਸਮਝਣ ਦਾ ਯਤਨ ਕਰਦੇ ਹਾਂ ਤੇ ਸਤਿਗੁਰੂ ਜੀ ਕਹਿੰਦੇ ਨੇ, ਬਾਬਾ ਬੋਲੀਏ ਪਤ ਹੋਏ। ਬਾਬਾ ਸ਼ਬਦ ਦੇ ਇੱਥੇ ਅਰਥ ਨੇ ਹੇ ਭਾਈ। ਸਤਿਗੁਰੂ ਜੀ ਕਹਿਣ ਲੱਗੇ, ਹੇ ਭਾਈ ਉਹ ਬੋਲ ਬੋਲ ਜਿਸ ਬੋਲਣ ਨੂੰ, ਜਿਨ੍ਹਾਂ ਬੋਲਾਂ ਨੂੰ ਬੋਲਣ ਦੇ ਨਾਲ ਤੈਨੂੰ ਇੱਜ਼ਤ ਤੇ ਪਤ ਦੀ ਪ੍ਰਾਪਤੀ ਹੁੰਦੀ ਹੈ। ਬਾਬਾ ਬੋਲੀਐ ਪਤ ਹੋਏ, ਉਤਮ ਸੇ ਦਰ ਉਤਮ ਕਹੀਏ, ਨੀਚ ਕਰਮ ਬਹਿ ਰੋਏ। ਜਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ। ਜਦੋਂ ਸਤਿਗੁਰੂ ਜੀ ਨੇ ਇਨਸਾਨ ਦੇ ਸੁਭਾਅ ਨੂੰ ਵੇਖਿਆ ਨਾ ਵੀ ਇਹਦੀ ਜ਼ੁਬਾਨ ਦੇ ਉੱਤੇ ਹਮੇਸ਼ਾ ਹੀ ਫਿੱਕੇ ਬੋਲ ਜਿਹੜੇ ਨੇ ਉਹ ਵਸੇ ਰਹਿੰਦੇ ਨੇ, ਹਮੇਸ਼ਾ ਹੀ ਇਹਦੀ ਜ਼ੁਬਾਨ ਜਿਹੜੀ ਹੈ ਉਹ ਫਿੱਕਾ ਬੋਲਦੀ ਹੈ। ਤੇ ਸਤਿਗੁਰੂ ਜੀ ਨੂੰ, ਇਸ ਮਨੁੱਖ ਨੂੰ, ਇਸ ਇਨਸਾਨ ਨੂੰ ਅਗਾਹ ਕਰਨਾ ਪਿਆ। ਸਤਿਗੁਰੂ ਜੀ ਕਹਿਣ ਲੱਗੇ, ਫਿੱਕਾ ਬੋਲ ਵਿਗੁਚਣਾ। ਵਿਗੁਚਣਾ ਦੇ ਅਰਥ ਨੇ ਖੁਆਰ ਹੋਣਾ। ਹੇ ਭਾਈ, ਤੈਨੂੰ ਤੇਰੇ ਫਿੱਕੇ ਬੋਲ ਦੇ ਕਰਕੇ, ਤੇਰੀ ਗਲਤ ਲੈਂਗੁਏਜ ਦੇ ਕਰਕੇ, ਗਲਤ ਭਾਸ਼ਾ ਦੇ ਕਰਕੇ, ਗਲਤ ਬੋਲੀ ਦੇ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਵੀ ਤੈਨੂੰ ਜੀਵਨ ਦੇ ਅੰਦਰ ਖੁਆਰ ਹੋਣਾ ਪੈ ਸਕਦਾ ਹੈ। ਬਲਕਿ ਸਤਿਗੁਰੂ ਜੀ ਨੇ ਤਾਂ ਬਾਣੀ ਦੇ ਅੰਦਰ ਇੱਥੋਂ ਤੱਕ ਬਖਸ਼ਿਸ਼ ਕੀਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਆਪਾਂ ਰੋਜ਼ ਇਹ ਮੁਬਾਰਕ ਬਚਨ ਪੜ੍ਹਦੇ ਹਾਂ, ਨਾਨਕ ਫਿੱਕੇ ਬੋਲਿਐ ਤਨ ਮਨ ਫਿੱਕਾ ਹੋਏ। ਸਤਿਗੁਰੂ ਜੀ ਕਹਿਣ ਲੱਗੇ, ਹੇ ਨਾਨਕ, ਜੇ ਤੇਰੀ ਜ਼ਿੰਦਗੀ ਦੇ ਅੰਦਰ ਤੇਰੇ ਬੋਲ ਫਿੱਕੇ ਨੇ ਨਾ, ਫਿੱਕੇ ਤੋਂ ਭਾਵ ਹੈ ਵੀ ਜਿਨ੍ਹਾਂ ਬੋਲਾਂ ਦੇ ਅੰਦਰ ਕਿਸੇ ਦੇ ਦਿਲ ਨੂੰ ਦਿਖਾਉਣ ਦੀ ਭਾਵਨਾ ਹੈ, ਜਿਹੜੇ ਬੋਲ ਤੂੰ ਆਪਣੀ ਜ਼ੁਬਾਨ ਤੋਂ ਸਾਹਮਣੇ ਵਾਲੇ ਨੂੰ ਦੁਖੀ ਕਰਨ ਦੇ ਲਈ ਬੋਲੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਨਾਨਕ ਫਿੱਕੇ ਬੋਲਿਐ ਤਨ ਮਨ ਫਿੱਕਾ ਹੋਏ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਵੀ ਇਹੋ ਜਿਹੇ ਇਨਸਾਨ ਦਾ ਤਨ ਤੇ ਮਨ ਜਿਹੜਾ ਹੈ ਨਾ, ਉਹ ਫਿੱਕਾ ਹੋ ਜਾਂਦਾ ਹੈ, ਭਾਵ ਰੁੱਖਾ ਹੋ ਜਾਂਦਾ ਹੈ।
ਉਹਦਾ ਨੇਚਰ, ਉਹਦਾ ਸੁਭਾਅ, ਉਹਦਾ ਬਾਹਰੀ ਤੌਰ 'ਤੇ ਵਿਚਰਨ ਦਾ ਜਿਹੜਾ ਢੰਗ ਹੈ, ਜਿਹੜਾ ਤਰੀਕਾ ਹੈ ਨਾ, ਸਤਿਗੁਰੂ ਜੀ ਕਹਿਣ ਲੱਗੇ ਉਹ ਵੀ ਰੁੱਖਾ ਹੈ। ਇਸੇ ਕਰਕੇ ਤੁਸੀਂ ਵੇਖੋ ਵੀ ਬਾਣੀ ਨੇ ਨਾ ਬੜੀ ਪਿਆਰੀ ਗੱਲ ਕਹੀ। ਜਦੋਂ ਉਸ ਅਕਾਲ ਪੁਰਖ ਪਰਮਾਤਮਾ ਦੀਆਂ ਬੇਅੰਤ ਗੁਣਾਂ ਦੀ ਸਤਿਗੁਰੂ ਜੀ ਦੀ ਬਾਣੀ ਨੇ ਗੱਲ ਕੀਤੀ ਨਾ, ਤੇ ਉਹਨਾਂ ਗੁਣਾਂ ਦੇ ਵਿੱਚੋਂ ਉਸ ਪਰਮਾਤਮਾ ਦੇ ਇੱਕ ਗੁਣ ਦਾ ਵੀ ਜ਼ਿਕਰ ਕੀਤਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਤੇ ਮੈਂ ਅਕਸਰ ਇਸ ਗੱਲ ਦੀ ਬੇਨਤੀ ਕਰਿਆ ਕਰਦਾ ਵੀ ਜਿਵੇਂ ਅਸੀਂ ਗੁਣ ਕਹੇ ਗੁਣੀ ਸਮਾਵਣਿਆਂ ਦੇ ਸਿਧਾਂਤਾਂ ਦੇ ਮੁਤਾਬਕ ਪਰਮਾਤਮਾ ਜੀ ਦੇ ਨਿਰਵੈਰ ਵਾਲੇ ਗੁਣ ਨੂੰ ਆਪਣੇ ਜੀਵਨ ਦੇ ਅੰਦਰ ਵਸਾ ਕਰਕੇ ਵੈਰ ਰਹਿਤ ਹੋਣਾ ਹੈ, ਜਿਵੇਂ ਅਸੀਂ ਇੱਕ ਓੰਕਾਰ ਵਾਲੇ ਗੁਣ ਨੂੰ ਵਸਾ ਕਰਕੇ ਅੰਦਰੋਂ ਤੇ ਬਾਹਰੋਂ ਇੱਕ ਹੋਣਾ ਹੈ, ਜਿਵੇਂ ਅਸੀਂ ਨਿਰਭਉ ਵਾਲੇ ਗੁਣ ਨੂੰ ਆਪਣੇ ਜੀਵਨ ਦੇ ਅੰਦਰ ਵਸਾ ਕਰਕੇ ਭੈ ਤੋਂ ਰਹਿਤ ਹੋਣਾ ਹੈ, ਡਰ ਤੋਂ ਮੁਕਤ ਹੋਣਾ ਹੈ, ਉਵੇਂ ਹੀ ਅਸੀਂ ਪਰਮਾਤਮਾ ਜੀ ਦੇ ਇਸ ਗੁਣ ਨੂੰ ਆਪਣੇ ਜੀਵਨ ਦੇ ਅੰਦਰ ਵਸਾ ਕਰਕੇ ਜ਼ੁਬਾਨ ਦੇ ਉੱਤੇ ਮਿਠਾਸ ਜਿਹੜੀ ਹੈ ਉਹ ਪੈਦਾ ਕਰਨੀ ਹੈ। ਤੁਸੀਂ ਵੇਖੋ ਵੀ ਸਤਿਗੁਰੂ ਜੀ ਦੀ ਬਾਣੀ ਨੇ ਕਿੱਡੀ ਪਿਆਰੀ ਗੱਲ ਜਿਹੜੀ ਹੈ ਉਹ ਸਾਡੇ ਸਾਹਮਣੇ ਰੱਖੀ ਹੈ, ਕਿਉਂਕਿ ਮਕਸਦ ਜਿਹੜਾ ਹੈ ਉਹ ਇੱਕੋ ਹੀ ਹੈ ਵੀ ਇਹਦੀ ਜ਼ੁਬਾਨ ਦੇ ਅੰਦਰ ਫਿੱਕੇ ਬੋਲ ਨਾ ਰਹਿਣ, ਇਹਦੀ ਜ਼ੁਬਾਨ ਦੇ ਉੱਤੇ ਰੁੱਖਾਪਨ ਨਾ ਰਵੇ। ਸਤਿਗੁਰੂ ਜੀ ਸਾਨੂੰ ਇਹ ਗੱਲ ਜਿਹੜੀ ਹੈ ਉਹ ਸਮਝਾਉਣੀ ਚਾਹੁੰਦੇ ਨੇ ਵੀ ਇਸ ਦੀ ਜ਼ੁਬਾਨ ਦੇ ਉੱਤੇ ਇਹੋ ਜਿਹੇ ਬੋਲ ਨਾ ਨਿਕਲਣ ਜਿਹੜੇ ਬੋਲ ਕਿਸੇ ਨੂੰ ਦੁਖੀ ਕਰ ਦੇਣ। ਇਸੇ ਕਰਕੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਗੁਰੂ ਸਾਹਿਬ ਜੀ ਨੇ ਜਦੋਂ ਉਸ ਪਰਮਾਤਮਾ ਦੀ ਭਾਸ਼ਾ ਦੀ ਗੱਲ ਕੀਤੀ ਨਾ, ਹੁਣ ਵੈਸੇ ਸਤਿਗੁਰੂ ਜੀ ਕਹਿਣ ਲੱਗੇ ਵੀ ਉਹ ਪਰਮਾਤਮਾ ਦੀ ਕੋਈ ਵਿਸ਼ੇਸ਼ ਭਾਸ਼ਾ ਨਹੀਂ, ਕਿਉਂਕਿ ਜਿਹੜਾ ਜੇ ਉਹਦਾ ਕੋਈ ਵਿਸ਼ੇਸ਼ ਰੰਗ ਨਹੀਂ, ਕੋਈ ਰੂਪ ਨਹੀਂ, ਕੋਈ ਕੁੱਲ ਨਹੀਂ, ਕੋਈ ਜ਼ਾਤ ਨਹੀਂ, ਕੋਈ ਮਾਂ ਬਾਪ ਨਹੀਂ, ਕੋਈ ਪਰਿਵਾਰ ਨਹੀਂ, ਕੋਈ ਉਹਦਾ ਕਬੀਲਾ ਨਹੀਂ ਹੈ, ਕੋਈ ਉਹਦਾ ਥਾਂ, ਕੋਈ ਦੇਸ਼, ਕੋਈ ਉਹਦਾ ਇਹੋ ਜਿਹਾ ਕੁਝ ਵੀ ਨਹੀਂ ਹੈ, ਤੇ ਫਿਰ ਉਹਦੀ ਭਾਸ਼ਾ ਵੀ ਕੋਈ ਵਿਸ਼ੇਸ਼ ਨਹੀਂ ਹੈ। ਪਰ ਸਤਿਗੁਰੂ ਜੀ ਕਹਿਣ ਲੱਗੇ ਉਸ ਪਰਮਾਤਮਾ ਦੀ ਇੱਕ ਵਿਸ਼ੇਸ਼ ਭਾਸ਼ਾ ਹੈ, ਉਹਦੀ ਬੋਲੀ ਹੈ। ਜੇ ਇਹ ਬੋਲੀ ਤੈਨੂੰ ਆਪਣੇ ਜੀਵਨ ਦੇ ਅੰਦਰ ਸਮਝ ਆ ਗਈ ਨਾ, ਜੇ ਤੂੰ ਕਿਤੇ ਇਸ ਬੋਲੀ ਨੂੰ ਸਿੱਖ ਲਿਆ, ਤੇ ਤਵੱਜੋ ਦੇਣਾ, ਮੈਂ ਬੇਨਤੀ ਕਰਾਂ ਵੀ ਇਨਸਾਨ ਉਸ ਰੱਬ ਦੇ ਬਾਰੇ ਜਾਣਨ ਦੇ ਲਈ ਆਪਣੇ ਜੀਵਨ ਦੇ ਅੰਦਰ ਬੜੀਆਂ ਬੋਲੀਆਂ ਸਿੱਖਣ ਦੀ ਕੋਸ਼ਿਸ਼ ਕਰਦਾ ਹੈ, ਤਰ੍ਹਾਂ ਤਰ੍ਹਾਂ ਦੀਆਂ ਭਾਸ਼ਾਵਾਂ ਨੂੰ ਉਹ ਸਿੱਖਦਾ ਹੈ, ਉਹ ਆਪਣੇ ਜੀਵਨ ਦੇ ਅੰਦਰ ਬੋਲਦਾ ਹੈ ਤੇ ਬੋਲਣ ਦੀ ਕੋਸ਼ਿਸ਼ ਕਰਦਾ ਹੈ। ਪਰ ਜਿਹੜੀ ਬੋਲੀ ਉਸ ਪਰਮਾਤਮਾ ਦੀ ਹੈ, ਜਿਹੜੀ ਬੋਲੀ ਉਸ ਪਰਮਾਤਮਾ ਨੂੰ ਸਮਝ ਆਉਂਦੀ ਹੈ ਨਾ, ਇਹ ਬੋਲੀ ਜਿਹੜੀ ਹੈ ਇਨਸਾਨ ਉਹ ਸਾਰੀਆਂ ਭਾਸ਼ਾਵਾਂ ਸਿੱਖ ਕੇ ਵੀ ਨਹੀਂ ਸਿੱਖ ਪਾਉਂਦਾ। ਤੁਸੀਂ ਵੇਖੋ ਵੀ ਕਿਤੇ ਇਨਸਾਨ ਨੇ ਸੰਸਕ੍ਰਿਤ ਦੀ ਬੋਲੀ ਸਿੱਖਣ ਦਾ ਯਤਨ ਕੀਤਾ, ਕਿਤੇ ਉਹਨੇ ਉਰਦੂ, ਫਾਰਸੀ, ਅਰਬੀ, ਜਿੰਨੀਆਂ ਵੀ ਬੋਲੀਆਂ ਇਨਸਾਨ ਨੇ ਬਣਾਈਆਂ ਨਾ, ਜਿੰਨੀਆਂ ਵੀ ਭਾਸ਼ਾਵਾਂ ਬਣਾਈਆਂ, ਇਹ ਸਾਰੀਆਂ ਭਾਸ਼ਾਵਾਂ ਮਨੁੱਖ ਨੇ ਸਿੱਖਣ ਦਾ ਯਤਨ ਕੀਤਾ, ਤੇ ਇਹਨਾਂ ਭਾਸ਼ਾਵਾਂ ਦੇ ਵਿੱਚ ਤਿਆਰ ਕੀਤੇ ਜਿਹੜੇ ਧਰਮ ਗ੍ਰੰਥ ਸਨ ਨਾ, ਉਹ ਪੜ੍ਹੇ। ਕਾਹਦੇ ਵਾਸਤੇ ਪੜ੍ਹੇ? ਵੀ ਮੈਨੂੰ ਰੱਬ ਦੀ ਸਮਝ ਆ ਜਾਵੇ, ਮੈਨੂੰ ਰੱਬ ਦਾ ਪਤਾ ਲੱਗ ਜਾਵੇ, ਮੈਨੂੰ ਰੱਬ ਦੇ ਬਾਰੇ, ਰੱਬ ਨੂੰ ਮੇਰੀ ਗੱਲ ਸਮਝ ਆ ਜਾਵੇ ਤੇ ਮੈਨੂੰ ਰੱਬ ਦੀ ਗੱਲ ਸਮਝ ਆ ਜਾਵੇ। ਇਸ ਲਈ ਉਸ ਇਨਸਾਨ ਨੇ ਰੱਬ ਨੂੰ ਜਾਣਨ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਭਾਸ਼ਾਵਾਂ ਜਿਹੜੀਆਂ ਸਾਨੂੰ ਸਿੱਖੀਆਂ, ਬਣਾਈਆਂ, ਤੇ ਉਹਨਾਂ ਭਾਸ਼ਾਵਾਂ ਦੇ ਅੰਦਰ ਲਿਖੇ ਹੋਏ ਧਾਰਮਿਕ ਗ੍ਰੰਥ ਪੜ੍ਹੇ। ਪਰ ਮੈਂ ਬੇਨਤੀ ਕਰਾਂ ਵੀ ਜਿਹੜੀ ਭਾਸ਼ਾ ਉਸ ਪਰਮਾਤਮਾ ਦੀ ਸੀ ਨਾ, ਉਹ ਇਨਸਾਨ ਇਹਨਾਂ ਸਾਰੀਆਂ ਭਾਸ਼ਾਵਾਂ ਨੂੰ ਸਿੱਖ ਕੇ ਵੀ, ਬੋਲ ਕੇ ਵੀ, ਇਹਨਾਂ ਭਾਸ਼ਾਵਾਂ ਦੇ ਵਿੱਚ ਪੜ੍ਹ ਕੇ ਵੀ ਉਹ ਇਨਸਾਨ ਨਹੀਂ ਸਿੱਖ ਸਕਿਆ। ਉਹ ਭਾਸ਼ਾ ਕਿਹੜੀ ਸੀ? ਆਪਾਂ ਰੋਜ਼ ਇਹ ਬਚਨ ਪੜ੍ਹਦੇ ਹਾਂ ਸਤਿਗੁਰੂ ਜੀ ਦੀ ਬਾਣੀ ਦਾ, ਭਾਖਿਆ ਭਾਉ ਅਪਾਰ। ਭਾਖਿਆ ਦੇ ਅਰਥ ਨੇ ਬੋਲੀ, ਭਾਸ਼ਾ। ਭਾਉ ਦੇ ਅਰਥ ਨੇ ਪਿਆਰ। ਸਤਿਗੁਰੂ ਜੀ ਕਹਿਣ ਲੱਗੇ ਵੀ ਉਸ ਪਰਮਾਤਮਾ ਦੀ ਜਿਹੜੀ ਬੋਲੀ ਹੈ ਨਾ,
वो बड़ी प्यार वाली है, बहुत प्यार वाली, बड़े प्यार वाली। तो उन्होंने प्यार की ही बोली जिहड़ी है वो समझ आउंदी है। तुसीं वेखो बाणी ने किड्डी गहराई दे विच गल कीती है। आपां आम वेखदे हां या सतगुरु जी की बाणी दे विचों पढ़दे हां ते सतगुरु जी कहण लगे बलिहारी कुदरत वसिया, भी वो परमात्मा जिहड़ा ना कुदरत दे विच है। हुण जदों आपां कुदरत नूं वेखीए, तुसीं वेखो भी मन के चलो इंसान ने अपने घर विच कोई जानवर पालिया है, आपां कुत्ते नूं पालदे हां। हुण ना तां कुत्ते नूं साडी भाषा समझ आउंदी है, ना साडी बोली जिहड़ी है वो बोलनी आउंदी है, ते ना ही सानू कुत्ते दी बोली जिहड़ी है वो बोलनी आउंदी है। हुण उत्थे जिहड़ा एक दूसरे दे नाल उन्हां दा वो संपर्क हुंदा है, वो जिहड़ा तालमेल हुंदा है, जिहड़ी गलबात हुंदी है ना, वो प्यार दी भाषा काम करदी है। जिन्ना मालक उस जानवर नूं वध प्यार करदा है, वो मालक दा हर एक इशारा जिहड़ा है वो समझ लैंदा है। कुछ कु जानवर वो परिवारां दे विच इन्ने कु प्यारे हुंदे ने, या परिवार उन्हां दे अंदर इन्ना कु आपसी वो प्यार दी बोली दा वो संपर्क बन जांदा है भी मालक दे इशारे नूं वो जिहड़ा कुकर है वो समझ लैंदा है। ते इसे तरह मालक भी जिहड़ा है उस जानवर दे इशारे नूं समझ लैंदा है। मालक नूं भी पता लग जांदा है उहदे हाव भाव तो भी हुण इहनूं भुख लगी है, इहनूं प्यास लगी है, इसनूं आ तकलीफ है। तवज्जो देना भी हुण उत्थे मैं फिर बेनती करदा भी ना तां उस कूकर नूं, उस कुत्ते नूं मालक दी बोली बोलनी आउंदी है, ते ना मालक नूं कुत्ते दी बोली बोलनी आउंदी है। उत्थे संपर्क जिहड़ा हो रहा है, उत्थे जिहड़ी भाषा चल रही है वो है प्यार दी भाषा। इसे करके सतगुरु जी ने कहना भाख्या भाव अपार, उस परमात्मा की जिहड़ी बोली है ना वो प्यार वाली है। ते जे वो परमात्मा जिहड़ा है कायनात दे अंदर वसदा है, प्यार दी बोली बोल के तुसीं वेखो भी इंसान ने वड्डे तो वड्डा जानवर जिहड़ा है ना वो अपने वस दे विच कीता है। प्यार दी भाषा बोल के शेर वर्गा खूंखार जानवर भी इंसान ने अपने कब्जे दे विच कर लिया, अपने अधीन कर लिया। उत्थे बोली जिहड़ी है वो भावें बोली जिहड़ी है वो इनडायरैक्टली तौर पर बोली जा रही है, वो जिहड़ी बोली है, वो जिहड़ी भाषा जिहड़ी है ना वो साइलेंट है, पर उहदे विच एक बोली उत्पन्न हो रही है, वो है प्यार दी। खैर सतगुरु जी ने बख्शिश की, गुरु साहब जी कहन लगे नानक फिक्कै बोले तन मन फिक्का होए, फिक्को फिक्का सदिए, फिक्के फिक्की सोए, फिक्का दरगा सटिए, मूँह थुक्का फिक्के पाहे, फिक्का मूरख आखिए पाना लह सजाए। सतगुरु जी कहन लगे इहो जी फिक्की बोली बोलण वाला इंसान जिहड़ा है ना वो परमात्मा की दरगाह दे विच सुटिया जाता है, नकारिया जाता है। तुसीं वेखो भी कोई इंसान या आपां परिवारां दी गल कर लईए, जिहड़ा इंसान परिवारां दे विच ही हर वेले रुखा बोलदा होवे ना, जिन्हों आपां ठेठ पंजाबी दे विच कह दिंदे भी ये तां जदों भी बोलदा है वक्खी चों ही बोलदा है। वक्खी चों बोलण तो भाव है भी इन्हें कदे भी सीधा नहीं बोलिया। तुसीं वेखो भी इहो जे इंसान नूं ना परिवार दे मैंबर जिहड़े ने ना वो भी बुलाउण तो कतराउंदे ने, क्योंकि उन्हां नूं पता है भी जदों भी इहनूं बुलावांगे ना इन्हें रुखा ही बोलना है, इहदी जुबान दे उत्ते मिठास नहीं होनी। इस करके फिर वो अवॉइड करते हैं, वो गुरेज करते हैं भी इनू बुलाउण दे नालों ते ना बुलाउणा ही चंगा है, क्योंकि इन्हें किहड़ा कोई चज दा बोल बोलना है। सतगुरु जी कह लगे भी जे परिवारां दे विच इहो जिहा रुखा इंसान नकारिया जाता है तो कदे सोचो भी उस परमात्मा की दरगाह दे विच क्यों नहीं। फिक्का दरगाह सटिए मूँह थुक्का फिक्के पाहे, तो सतगुरु जी कह लगे फिक्का मूर्ख आखिए पाना लह सजाए। इसे करके तुसीं वेखो भी सतगुरु जी की बाणी ने ना बड़ी प्यारी गल की। सतगुरु जी कह लगे मंदा किसै ना आखिए, पढ़ अखर
ਇਹੋ ਬੁੱਝੀਏ। ਜਾਂ ਆਪਾਂ ਫਰੀਦ ਸਾਹਿਬ ਜੀ ਨੂੰ ਪੜ੍ਹਦੇ ਹਾਂ ਤੇ ਫਰੀਦ ਸਾਹਿਬ ਜੀ ਕਹਿੰਦੇ ਨੇ, ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਨੀ, ਹਿਆਉ ਨਾ ਕਹੀ ਠਾਂ ਮਾਨਕ ਸਭ ਅਮੁੱਲ ਵੇ। ਸੋ ਸਤਿਗੁਰੂ ਜੀ ਨੇ ਸਾਡੀ ਬੋਲੀ ਨੂੰ, ਕਿਹੋ ਜੀ ਬੋਲੀ ਸਾਨੂੰ ਬੋਲਣੀ ਚਾਹੀਦੀ ਹੈ, ਕਿਹੋ ਜੀ ਬੋਲੀ, ਕਿਹੋ ਜੀ ਭਾਸ਼ਾ, ਕਿਹੋ ਜੀ ਜ਼ੁਬਾਨ ਜਿਹੜੀ ਹੈ ਉਹ ਸਾਨੂੰ ਸਮਾਜ ਦੇ ਅੰਦਰ ਸਤਿਕਾਰ ਦਿਵਾ ਸਕਦੀ ਹੈ, ਕਿਹੋ ਜੀ ਜ਼ੁਬਾਨ ਦੇ ਨਾਲ ਸਾਡਾ ਜੀਵਨ ਜਿਹੜਾ ਹੈ ਉਹ ਖੁਆਰ ਹੋ ਸਕਦਾ ਹੈ। ਇਹ ਸਤਿਗੁਰੂ ਜੀ ਨੇ ਸਾਡੇ ਸਾਹਮਣੇ ਦੋਵੇਂ ਪੱਖ ਜਿਹੜੇ ਨੇ ਉਹ ਰੱਖ ਦਿੱਤੇ। ਮੈਂ ਆਰੰਭ 'ਚ ਬੇਨਤੀ ਕੀਤੀ ਸੀ ਵੀ ਜ਼ੁਬਾਨ ਹੀ ਹੈ ਨਾ ਇਨਸਾਨ ਦੀ, ਬਣਿਆ ਕੰਮ ਜਿਹੜਾ ਵਿਗਾੜ ਵੀ ਦਿੰਦੀ ਹੈ ਤੇ ਜ਼ੁਬਾਨ ਹੈ ਉਹ ਵਿਗੜਿਆ ਹੋਇਆ ਕੰਮ ਸਵਾਰ ਵੀ ਦਿੰਦੀ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਅੱਜ ਦੇ ਇਸ ਬਚਨ ਦੇ ਅੰਦਰ ਬੜੀ ਪਿਆਰੀ ਗੱਲ ਕੀ। ਸਤਿਗੁਰੂ ਜੀ ਕਹਿਣ ਲੱਗੇ, ਟੂਟੈ ਨੇਹ ਕਿ ਬੋਲੇ ਸਹੀ। ਸਹੀ ਦੇ ਅਰਥ ਨੇ ਕਿਸੇ ਨੂੰ ਸਾਹਮਣੇ ਰੱਖ ਕੇ ਬੋਲਣਾ। ਸਾਹਮਣੇ ਰੱਖ ਕੇ ਬੋਲਣ ਤੋਂ ਭਾਵ ਹੈ ਕਿਸੇ ਨੂੰ ਗੱਲ ਲਾ ਕੇ ਬੋਲਣਾ। ਹੁਣ ਇਸ ਪਦੇ ਦੇ ਵਿੱਚ ਜਿਹੜੀ ਗੱਲ ਸਤਿਗੁਰੂ ਜੀ ਨੇ ਕਹੀ ਨਾ, ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਇੱਕ ਹੈ ਕਿਸੇ ਨੂੰ ਗੱਲ ਲਾ ਕੇ ਕਰਨੀ, ਗੱਲ ਲਾ ਕੇ ਕਰਨੀ। ਉੱਥੇ ਗੱਲ ਜਿਹੜੀ ਹੈ ਨਾ ਉੱਥੇ ਵਿਗੜ ਜਾਂਦੀ ਹੈ। ਉੱਥੇ ਮਸਲਾ ਜਿਹੜਾ ਹੈ ਨਾ ਉਹ ਸੁਲਝਣ ਦੀ ਬਜਾਏ ਉਹ ਮਸਲਾ ਜਿਹੜਾ ਹੈ ਉਹ ਉਲਟਾ ਪੈ ਜਾਂਦਾ ਹੈ। ਤੇ ਇੱਕ ਹੈ ਆਮਣੇ ਸਾਹਮਣੇ ਬੈਠ ਕੇ ਵਿਚਾਰਾਂ ਕਰਨੀਆਂ। ਬੋਲ ਉੱਥੇ ਵੀ ਬੋਲੇ ਜਾ ਰਹੇ ਨੇ ਤੇ ਬੋਲ ਉੱਥੇ ਵੀ ਬੋਲੇ ਜਾ ਰਹੇ ਨੇ। ਤਵੱਜੋ ਦੇਣਾ ਵੀ ਦੋਵਾਂ ਥਾਂ ਤੇ ਬੋਲੀ ਜਿਹੜੀ ਹੈ ਉਹ ਯੂਜ਼ ਹੋ ਰਹੀ ਹੈ। ਇੱਕ ਜਗ੍ਹਾ ਉਹ ਹੈ ਜਿੱਥੇ ਕਿਸੇ ਨੂੰ ਗੱਲ ਲਾ ਕੇ ਕੀਤੀ ਜਾ ਰਹੀ ਹੈ, ਉੱਥੇ ਮਸਲਾ ਵਿਗੜ ਜਾਂਦਾ ਹੈ, ਉੱਥੇ ਮਸਲਾ ਜਿਹੜਾ ਹੈ ਉਹ ਉਲਝ ਜਾਂਦਾ ਹੈ। ਉੱਥੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਉਹ ਟੁੱਟ ਜਾਂਦੇ ਨੇ, ਇੱਕ ਦੂਸਰੇ ਦੇ ਵਿੱਚ ਦਰਾਰ ਪੈ ਜਾਂਦੀ ਹੈ। ਭਾਵੇਂ ਕਿ ਮਿਥਿਹਾਸ ਹੀ ਹੈ, ਆਪਾਂ ਪੜ੍ਹਦੇ ਹਾਂ ਨਾ, ਜਦੋਂ ਮਹਾਂਭਾਰਤ ਦਾ ਆਪਾਂ ਯੁੱਧ ਪੜ੍ਹੀਏ ਤੇ ਹੁਣ ਇਸ ਯੁੱਧ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਇੰਨੀ ਕੁ ਬੋਲੀ ਜਿਹੜੀ ਕਹੀ ਗਈ ਹੈ ਨਾ ਵੀ ਅੰਨੇ ਦਾ ਅੰਨਾ ਹੀ ਰਿਹਾ। ਹੁਣ ਇਸੇ ਲਾਈ ਹੋਈ ਗੱਲ ਨੇ ਤੁਸੀਂ ਤਵੱਜੋ ਦੇਣਾ ਵੀ ਐਡਾ ਵੱਡਾ ਇੱਕ ਯੁੱਧ ਜਿਹੜਾ ਸੀ ਉਹ ਖੜਾ ਕਰ ਦਿੱਤਾ। ਸਤਿਗੁਰੂ ਜੀ ਕਹਿਣ ਲੱਗੇ, ਟੂਟੈ ਨੇਹ ਕੇ ਬੋਲੇ ਸਹੀ। ਜਦੋਂ ਬੰਦਾ ਕਿਸੇ ਨੂੰ ਸਾਹਮਣੇ ਰੱਖ ਕੇ ਭਾਵ ਗੱਲ ਲਾ ਕੇ ਕਹਿੰਦਾ ਹੈ ਨਾ, ਉੱਥੇ ਪਿਆਰ ਟੁੱਟਦਾ ਹੈ। ਟੂਟੇ ਬਾਹਾਂ ਦੂਹੂ ਦਿਸ ਗਹੀ। ਤੇ ਗੁਰੂ ਸਾਹਿਬ ਜੀ ਨੇ ਉਦਾਹਰਨ ਦਿੱਤੀ। ਸਤਿਗੁਰੂ ਜੀ ਕਹਿਣ ਲੱਗੇ ਵੀ ਮੰਨ ਕੇ ਚੱਲੋ, ਹੁਣ ਕਿਸੇ ਨੂੰ ਗੱਲ ਲਾ ਕੇ ਕਹੀ, ਅੱਗੋਂ ਅਗਲੇ ਨੇ ਵੀ ਕਹਿ ਦਿੱਤੀ, ਉੱਥੇ ਝਗੜਾ ਖੜਾ ਹੋ ਗਿਆ ਨਾ। ਤੇ ਸਤਿਗੁਰੂ ਜੀ ਉਦਾਹਰਨ ਦਿੰਦੇ ਨੇ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਬਾਹਾਂ, ਕਿਸੇ ਇਨਸਾਨ ਦੀਆਂ ਬਾਹਾਂ ਇੱਕ ਪਾਸੇ ਉਹ ਖਿੱਚੀ ਜਾ ਰਿਹਾ, ਇੱਕ ਪਾਸੇ ਉਹ ਖਿੱਚੀ ਜਾ ਰਿਹਾ, ਤੇ ਟੁੱਟਣੀਆਂ ਹੀ ਨੇ ਨਾ। ਬਾਹਾਂ ਜਿਹੜੀਆਂ ਨੇ ਟੁੱਟਣੀਆਂ ਹੀ ਨੇ ਨਾ। ਜੇ ਇੱਕ ਪਾਸੇ ਉਹਦੀ ਬਾਂਹ ਖਿੱਚੀ ਜਾ ਰਹੀ ਹੋਵੇ, ਤੁਸੀਂ ਵੇਖੋ ਵੀ ਅੱਜ ਸਾਡੇ ਪਰਿਵਾਰਾਂ ਦੇ ਵਿੱਚ ਜੇ ਇਹ ਕਲੇਸ਼ ਨੇ, ਬਖੇੜੇ ਨੇ, ਇਹ ਕਿੱਥੋਂ ਨੇ? ਜੇ ਮੰਨ ਕੇ ਚਲੋ ਵੀ ਪਤੀ ਪਤਨੀ ਦਾ ਕੋਈ ਝਗੜਾ ਹੈ ਜਾਂ ਸੱਸ ਨੂੰਹ ਦਾ ਝਗੜਾ ਹੈ, ਜੇ ਨਨਾਣ ਭਰਜਾਈ ਦਾ ਝਗੜਾ, ਤੇ ਕਿੱਥੋਂ? ਕਿਉਂਕਿ ਦੋਵਾਂ ਪਾਸਿਆਂ ਤੋਂ ਵਾਰ ਹੋ ਰਹੇ ਨੇ। ਜੇ ਉਧਰੋਂ ਬੋਲਿਆ ਜਾ ਰਿਹਾ ਤੇ ਬੋਲਿਆ ਉਧਰੋਂ ਘੱਟ, ਉਧਰੋਂ ਵੀ ਨਹੀਂ ਕੀਤੀ ਜਾ ਰਹੀ। ਤੇ ਜੇ ਇੱਕ ਜਣਾ ਚੁੱਪ ਕਰ ਜਾਵੇ ਤੇ ਆਪੇ ਝਗੜਾ ਜਿਹੜਾ ਸਮਾਪਤ ਹੋ ਜਾਵੇਗਾ। ਉਹ ਬੜੀ ਪਿਆਰੀ ਘਟਨਾ ਹੁੰਦੀ ਹੈ। ਮੈਂ ਸੰਖੇਪ 'ਚ ਇਹਦੇ ਵਿੱਚ ਗੱਲ ਸਾਂਝੀ ਕਰਦੇ ਹਾਂ। ਕਹਿੰਦੇ ਨੇ ਸੱਸ ਨੂੰਹ ਦਾ ਬੜਾ ਪਰਿਵਾਰ ਝਗੜਾ ਰਹਿੰਦਾ ਸੀ ਤੇ ਨੂੰਹ ਜਿਹੜੀ ਸੀ ਉਹ ਅਖੀਰ ਕਿਸੇ ਸਿਆਣੇ ਕੋਲ ਚਲੀ ਗਈ, ਕਿਸੇ ਬਾਬੇ ਦੇ ਕੋਲ ਚਲੀ ਗਈ। ਹੁਣ ਬਾਬਾ ਜੇ ਕੋਈ ਅਜੋਕਾ ਹੁੰਦਾ ਤੇ ਸ਼ਾਇਦ ਕੋਈ 100 ਅਡੰਬਰ ਕਰਾਉਂਦਾ ਉਹਦੇ ਕੋਲੋਂ, 100 ਤਰ੍ਹਾਂ ਦੇ ਉਹਨੂੰ ਢੰਗ ਤਰੀਕੇ ਦੱਸਦਾ, ਪਰ ਉਹ ਕਿਤੇ ਕੋਈ ਗੁਰਮੁਖ ਪਿਆਰਾ ਸੀ, ਰੱਬ ਦਾ ਪਿਆਰਾ ਸੀ। ਉਹਨੇ ਕਹਿੰਦੇ ਨੇ ਲਾਚੀਆਂ ਦਿੱਤੀਆਂ ਤੇ ਨਾਲ ਇੱਕ ਗੱਲ ਕਹਿ ਦਿੱਤੀ ਵੀ ਜਦੋਂ ਸੱਸ ਬੋਲੇ ਨਾ ਤੂੰ ਇੱਕ ਲਾਚੀ ਮੂੰਹ 'ਚ ਪਾ ਲਈ। ਉਹ ਕਹਿੰਦੇ ਹੁਣ ਜਦੋਂ ਸੱਸ ਬੋਲਦੀ ਹੈ ਉਹ ਚੁੱਪ ਕਰਕੇ ਲਾਚੀ ਮੂੰਹ 'ਚ ਪਾ ਲੈਂਦੀ ਹੈ। ਹੁਣ ਲਾਚੀ ਉਹ ਮੂੰਹ 'ਚ ਪਾਉਂਦੀ ਹੈ, ਉਹ ਬੋਲੇ ਕਿਵੇਂ? ਕਿਉਂਕਿ ਮੂੰਹ ਤਾਂ ਲਾਚੀ ਪਾਈ ਹੈ। ਆਪੇ ਸੱਸ ਬੋਲ ਬਾਲ ਕੇ ਅੱਧਾ ਘੰਟਾ 2 ਘੰਟੇ ਹਾਰ ਕੇ ਉਹ ਚੁੱਪ ਕਰ ਜਾਂਦੀ ਹੈ। 4 ਵਾਰੀ ਬੋਲੀ, 10 ਵਾਰੀ ਬੋਲੀ, ਅਖੀਰ ਉਹਨੇ ਬੋਲਣਾ ਬੰਦ ਕਰ ਦਿੱਤਾ। ਉਹ ਕਹਿਣ ਲੱਗੀ ਵੀ ਜੇ ਅੱਗੋਂ ਇਹ ਨਹੀਂ ਬੋਲਦੀ ਤੇ ਮੈਂ ਕਿਉਂ ਆਪਣੀ ਐਨਰਜੀ ਵੇਸਟ ਕਰਾਂ। ਸਤਿਗੁਰੂ ਜੀ ਕਹਿੰਦੇ, ਟੂਟੇ ਬਾਹਾਂ ਦੂਹੂ ਦਿਸ ਗਈ, ਟੂਟ ਪ੍ਰੀਤ ਗਈ ਬੁਰ ਬੋਲ। ਬੜ ਬੋਲਣ ਦੇ ਨਾਲ ਨਾ ਪਿਆਰ ਦੇ ਵਿੱਚ
फर्क पै जाता है, प्यार टुट जाता है। दुरमत परहर छाडी ढोल। तो सतगुरु जी कहन लगे भैड़ी मत वाली जीव इस्त्री भी जिहड़ी है ना, उहनूं उहदा मालक उहदा खसम जिहड़ा है वो छड्ड दिंदा है। टूटे गंठ पड़े विचार। हुण सतगुरु जी कहन लगे भी जे किते दोवें बैठ के अपनी बोली नूं सुधारदियां होइयां उस मसले नूं हल कर लेना, टूटे गंठ, गंठ दे अर्थ ने गंढ पै जावे, जे किते कोई मुसीबत बन जावे वो मुसीबत खत्म हो सकती है, वो गंढ टुट सकती है। कदों? पड़े विचार, जे विचार की जाए, ला के गल नहीं, कुबोल बोल के नहीं, फिक्के बोल बोल के नहीं, माड़े बोल बोल के नहीं, विचार करके। तुसीं वेखो भी विचारां दे विचों ਵੱਡੇ ਵੱਡੇ मसले हल हो जाते हैं, देशों के मसले हल हो जाते हैं, तो परिवारों के क्यों ना होणगे। बस गल उत्थे हुंदी है भी असी विचार करना ही नहीं चाहते, परिवारों च असी वो मैटर जिहड़ा है सुलझाना नहीं चाहते, असी अपनी अपनी ईगो नूं लै करके हर वेले तुरे फिरदे रहने हैं। सतगुरु जी कहंदे ने गुर शब्दी घर कारज सार। गुरु के शब्द के राही अपने अंदर इस काम नूं संभाल के रख। किहड़े काम नूं? मिठ बोलड़ेपन वाले काम नूं। अपने अंदर निमरता वाली बोली, भाख्या भाव अवार अपार वाला जिहड़ा कारज है इसनूं संभाल के रख। लाहा साच ना आवे टोटा। सतगुरु जी कहण लगे इहदे विचों तेरी जिंदगी च उस परमात्मा के नाम का लाभ ही लाभ है, कदे टोटा नहीं आवेगा। तुसीं वेखो भी जिहड़े दुकानदार की बोली दे विच मिठास है ना, उहनूं कस्टमर कैप्चर करन दी बड़ी एक उहदे कोल टैकनीक है। उहदी दुकान ते भीड़ है, तो जेड़े दुकानदार की बोली के उत्ते रुखापन है, जेड़ा भी कस्टमर गया उन्हें अगों रुखा ही बोलिया, उहदे कोल इंसान ने चीज़ लैनी भी होवे ते तां भी नहीं जांदा, उन्होंने पता भी नहीं अगों रुखा ही बोलना है। सतगुरु जी कहन लगे लाहा साच ना आवे टोटा, त्रिभवन ठाकुर प्रीतम मोटा। फिर उन्होंने वो परमात्मा जिहड़ा सब तो वड्डा है वो सारियां लोकां दे विच नज़र आ जाता है। भाव फिर उहदी जिंदगी दे अंदर किसी भी प्रकार का किसी दे प्रति कोई फिक्का बोल, कोई इहो जिहा बोल जिहड़ा उहनूं खुआर करे वो नहीं रह जाता। आओ गुरु किरपा करे असी भी सतगुरु जी की बाणी दे नाल सांझ बना करके अपने जीवन के अंदर मिठ बोलड़ेपन वाला सुभाਅ लैके आईए। अपने अंदरों वो फिक्का बोल विगोचना सुन मूर्ख मन अजान, ये फिक्के बोल नूं कड्ढण दा यतन करिए ताकि साडे भी हो सकने लोक सुखीए परलोक सुहेले। नानक हर प्रभ आपे मेले, भुलां चुकां दी खिमा। वाहिगुरु जी का खालसा वाहिगुरु जी की फतेह।